all, welcome you to the Gills Mentor online e-learning channel. Today we are going to start our new series, that is our science series. As you know, our polity series is going on. Now we have decided that 2 days polity series will be going on, 2 days science and 2 days history will be going on. ਇਹ series ਤੁਹਾਡੇ ਆਉਣ ਵਾਲੇ ਸਾਰੇ ਗਵਰਨਮੈਂਟ ਐਗਜ਼ਾਮਸ ਲਈ ਬਹੁਤ ਹੈਲਪਫੁਲ ਰਹੇਗੀ, ਜਿੱਦਾਂ ਕਿ ਆਰਆਰਬੀ, ਐਨਟੀਪੀਸੀ, ਮਾਰਕਫੈਟ, ਪੀਐਸਬੀ ਕਲਰਕ, ਆਰਆਰਬੀ ਜੇਈ ਤੇ ਬਾਕੀ ਸਾਰੇ ਐਗਜ਼ਾਮਸ ਲਈ ਵੀ ਬਹੁਤ ਹੈਲਪਫੁਲ ਰਹੇਗੀ। ਚਲੋ ਅੱਜ ਦੀ ਸੀਰੀਜ਼ ਨੂੰ ਸ਼ੁਰੂ ਕਰਦੇ ਹੋਏ ਆਪਾਂ ਬਾਇਓ ਤੇ ਕੈਮਿਸਟਰੀ ਪਹਿਲੇ ਦੋ ਨੂੰ ਕਵਰ ਕਰਾਂਗੇ, ਬਾਇਓ ਐਂਡ ਕੈਮਿਸਟਰੀ। ਫਿਰ ਲਾਸਟ ਵਿੱਚ ਕੀ ਕਰਾਂਗੇ, ਫਿਜ਼ਿਕਸ ਕਰਾਂਗੇ। ਡੇਲੀ ਤੁਹਾਨੂੰ ਬਾਇਓ ਤੇ ਕੈਮਿਸਟਰੀ ਦੇ ਕੁਐਸਚਨਸ ਮੈਂ ਕਰਵਾਵਾਂਗੀ। ਹੁਣ ਕੁਝ ਟਰਮਸ ਹੁੰਦੀਆਂ ਨੇ ਬਾਇਓਲੋਜੀ ਦੇ ਵਿੱਚ, ਇਹ ਟਰਮਸ ਬਹੁਤ ਜ਼ਿਆਦਾ ਹੁੰਦੀਆਂ ਨੇ। ਅਸੀਂ ਇਹ ਸਾਰੀਆਂ ਟਰਮਸ ਨਹੀਂ, ਮੈਂ ਤੁਹਾਨੂੰ ਡੇਲੀ ਇੰਪੋਰਟੈਂਟ 5 to 6 ਟਰਮਸ ਡੇਲੀ ਕਰਵਾਵਾਂਗੇ। ਤੁਸੀਂ ਉਹ ਬਾਏ ਹਾਰਟ ਯਾਦ ਰੱਖਣੀਆਂ ਨੇ, ਕਿਉਂਕਿ ਇਹ ਪੇਪਰਸ ਵਿੱਚ ਆ ਜਾਂਦੀ ਹੈ। ਅਤੇ ਮੈਂ ਪਿਛਲੇ ਵਿੱਚ ਚੱਕੀਆਂ ਨੇ ਅਤੇ ਕੁਝ ਜਿਨ੍ਹਾਂ ਦੀ ਆਉਣ ਦੀ ਉਮੀਦ ਹੈ, ਉਹ ਟਰਮਸ ਰੋਜ਼ ਤੁਹਾਨੂੰ ਕੁਛ ਨਾ ਕੁਛ ਕਰਵਾਵਾਂਗੇ। ਠੀਕ ਹੈ। ਪਹਿਲੀ ਟਰਮ ਕੀ ਹੈ, ਐਂਟੋਨੋਮੀ। ਐਂਟੋਨੋਮੀ ਕੀ ਹੁੰਦਾ ਵੇ, ਸਟੱਡੀ ਆਫ ਇੰਟਰਨਲ ਸਟਰਕਚਰ ਆਫ ਆਰਗੇਨਿਜ਼ਮਸ। ਕੀ ਹੁੰਦਾ ਐਂਟੋਨੋਮੀ, ਸਟੱਡੀ ਆਫ ਇੰਟਰਨਲ ਸਟਰਕਚਰ ਆਫ ਆਰਗੇਨਿਜ਼ਮਸ। ਠੀਕ ਹੈ। ਐਂਟੋਨੋਮੀ ਕੀ ਹੁੰਦਾ ਹੈ, study of internal structure of organisms. Agrostology, that is study of grass. Study of grass. Anthropology, study of joints. Apiculture, rearing of honey bee for honey. Apiculture ਨੂੰ ਕੀ ਕਹਿੰਦੇ ਆ, rearing of the honey bee for honey. honey bees ਕੀ ਕਰਦੀਆਂ, honey ਲਈ rearing ਕਰਦੀਆਂ flowers ਦੇ ਵਿੱਚ ਅੰਦਰ ਨੂੰ ਜਾ ਕੇ। ਠੀਕ ਹੈ। Anthology, study of flowers and flowering plants. Anthology ਕੀ ਹੈ, study of flower and flowering plants. ਤੇ anthropology, study of humans. ਇੱਥੋਂ ਯਾਦ ਰੱਖਣਾ, ਐਂਥਰੋ ਮਤਲਬ ਕੀ ਹੁੰਦਾ ਹੈ, ਇਹ ਗ੍ਰੀਕ ਵਰਡ ਹੁੰਦਾ ਹੈ, ਮੈਨ ਲਈ ਯੂਜ਼ ਕੀਤਾ ਜਾਂਦਾ ਹੈ, ਅਤੇ ਐਂਟੋ ਪਲਾਂਟਸ ਲਈ। ਠੀਕ ਹੈ। ਇਹ ਬਹੁਤ ਇੰਪੋਰਟੈਂਟ ਨੇ ਤਿੰਨੋਂ। ਇਹ ਬਹੁਤ ਵਾਰੀ ਐਗਜ਼ਾਮਸ 'ਚ ਆਏ, ਪ੍ਰੀਵੀਅਸ ਈਅਰ ਦੇ ਕੁਐਸਚਨਸ ਨੇ। ਠੀਕ ਹੈ। ਐਪੀਕਲਚਰ ਕੀ ਹੈ, ਹਨੀ ਬੀ ਲਈ। Anthology, study of flowers and flowering plants. Anthropology, study of humans. ਇੱਦਾਂ ਹੀ ਡੇਲੀ ਮੈਂ ਤੁਹਾਨੂੰ ਇਹ ਕੁਛ ਵਰਡਸ ਕਰਵਾਉਂਦੀ ਰਹਾਂਗੀ ਤਾਂ ਕਿ ਤੁਹਾਨੂੰ ਯਾਦ ਰਹਿਣ, ਕਿਉਂਕਿ ਐਜ਼ ਅ ਸਾਇੰਸ ਦੇ ਪਾਰਟ ਵਿੱਚ ਹੈ। ਇਹ ਤੁਹਾਡੀ ਰੀਜ਼ਨਿੰਗ 'ਚ ਵੀ ਹੈਲਪ ਕਰ ਲੈਂਦਾ ਕਈ ਵਾਰੀ। ਠੀਕ ਹੈ। ਵਨ ਵਰਡ ਸਬਸਟੀਟਿਊਸ਼ਨ 'ਚ ਵੀ ਹੈਲਪ ਕਰੇਗਾ ਇੰਗਲਿਸ਼ ਦੇ ਵਿੱਚ। ਇਹ ਬਹੁਤ ਇੰਪੋਰਟੈਂਟ ਹੈ, ਸਾਇੰਸ ਦਾ ਪਾਰਟ ਹੈ। ਇਹ ਬਹੁਤ ਤਰ੍ਹਾਂ ਨਾਲ ਆ ਜਾਂਦਾ ਅਤੇ ਡੇਲੀ ਆਪਾਂ 5 to 6 ਕਰਾਂਗੇ ਤਾਂ ਕਿ ਤੁਹਾਨੂੰ ਕੀ ਹੈ, ਯਾਦ ਹੋ ਜਾਣ ਹੌਲੀ ਹੌਲੀ ਕਰਕੇ। ਠੀਕ ਹੈ। ਅੱਗੇ ਇਹ ਕੁਝ ਸਾਇੰਟੀਫਿਕ ਨੇਮ ਨੇ, ਪੇਪਰਸ ਵਿੱਚ ਪੁੱਛੇ ਜਾਂਦੇ ਨੇ। ਸਾਇੰਟੀਫਿਕ ਨੇਮ ਮਤਲਬ ਜਿੱਦਾਂ ਕਿ ਮੈਨ ਦਾ ਕੀ ਹੈ, ਹੋਮੋਸਪੇਨਸ। ਇਹ ਬਹੁਤ ਐਗਜ਼ਾਮਸ ਦੇ ਵਿੱਚ ਪੁੱਛਿਆ ਗਿਆ ਵਾ। ਵਾਟ ਇਜ਼ ਦ ਸਾਇੰਟੀਫਿਕ ਨੇਮ ਫॉर ਮੈਨ ਆਪਸ਼ਨਸ ਵਿੱਚ ਇਹ ਸਾਰੇ ਆ ਜਾਂਦੇ ਨੇ, ਹੋਮੋਸਪੇਨਸ। ਠੀਕ ਹੈ। ਜਿਹੜੇ ਪ੍ਰੀਵੀਅਸ ਈਅਰ ਜਿਨ੍ਹਾਂ ਨੇ ਪੇਪਰ ਦਿੱਤੇ ਹੋਣਗੇ ਗਵਰਨਮੈਂਟ ਐਗਜ਼ਾਮਸ ਪਹਿਲੇ, ਉਹਨਾਂ ਨੂੰ ਪਤਾ ਹੋਏਗਾ ਇਹਦਾ ਤਾਂ। ਠੀਕ ਹੈ। ਕੈਟ ਨੂੰ ਕੀ ਕਹਿੰਦੇ ਆਪਾਂ, ਫੈਲਿਸ ਡੋਮੈਸਟਿਕਾ। ਮੈਂਗੋ ਨੂੰ ਕੀ ਹੈ, ਮੈਗਨੀਫੀਰਾ ਇੰਡੀਕਾ। ਫਰੋਗ, ਰਾਨਾ ਟਿਗਰੀਨਾ। ਡੌਗ, ਕੈਨਿਸ ਫੈਮਿਲਰਿਸ। ਡੌਗ ਨੂੰ ਕੀ ਕਹਿੰਦੇ, ਕੈਨਿਸ ਫੈਮਿਲਰਿਸ। ਵੀਟ, ਟੀਟ੍ਰਿਕਮ ਐਸਟੀਵੀਅਮ। ਪੀ, ਪੀਜ਼ੀਅਮ, ਸਟੈਵੀਅਮ। ਠੀਕ ਹੈ। ਇਹ ਸਾਇੰਟੀਫਿਕ ਨੇਮ ਯਾਦ ਰੱਖਣੇ ਆ, ਪ੍ਰੀਵੀਅਸ ਈਅਰਸ ਦੇ ਵਿੱਚ ਆ ਜਾਂਦੇ ਨੇ, ਪ੍ਰੀਵੀਅਸ ਈਅਰ 'ਚ ਆਏ ਵੀ ਨੇ ਅਤੇ ਆ ਵੀ ਜਾਂਦੇ ਨੇ ਅਗਲੇ ਪੇਪਰਸ ਵਿੱਚ। ਠੀਕ ਹੈ। ਚਲੋ ਅੱਜ ਦਾ ਆਪਾਂ ਪਹਿਲਾ ਕੁਐਸਚਨ ਸ਼ੁਰੂ ਕਰਦੇ ਹਾਂ। 5 ਕਿੰਗਡਮ ਕਲਾਸੀਫਿਕੇਸ਼ਨ। ਸਾਨੂੰ ਕੀ ਪਤਾ ਹੈ, ਪਲਾਂਟਸ ਵਿੱਚ ਕੀ ਕਲਾਸੀਫਿਕੇਸ਼ਨ ਹੋਈ ਸੀ, 3 ਕਿੰਗਡਮ, 2 ਕਿੰਗਡਮ, 5 ਕਿੰਗਡਮ। ਹੁਣ ਆਪਾਂ ਜਿਹੜੀ ਸਾਇੰਸ ਪੜ੍ਹਦੇ ਹਾਂ ਉਹ 5 ਕਿੰਗਡਮ ਕਲਾਸੀਫਿਕੇਸ਼ਨ ਦੇ ਅਕੋਰਡਿੰਗ ਪੜ੍ਹਦੇ ਹਾਂ। ਕਿੰਨੇ ਦਿੱਤੀ ਸੀ ਇਹ, RH ਵਿਟੇਕਰ ਨੇ। 5 ਕਿੰਗਡਮ ਕਲਾਸੀਫਿਕੇਸ਼ਨ ਕਿੰਨੇ ਦਿੱਤੀ ਸੀ, RH ਵਿਟੇਕਰ ਨੇ। ਕਾਰਲਸ ਲੀਨਿਕਸ ਨੇ ਕਿਹੜੀ ਕਿੰਗਡਮ ਕਲਾਸੀਫਿਕੇਸ਼ਨ ਦਿੱਤੀ ਸੀ, 2 ਕਿੰਗਡਮ ਕਲਾਸੀਫਿਕੇਸ਼ਨ। ਕਾਰਲਸ ਲੀਨਿਕਸ ਨੇ ਕਿਹੜੀ ਦਿੱਤੀ ਸੀ, 2 ਕਿੰਗਡਮ ਕਲਾਸੀਫਿਕੇਸ਼ਨ। ਅਰਨੈਸਟ ਹੈਕਲ ਨੇ ਕਿਹੜੀ ਦਿੱਤੀ ਸੀ, 3 ਕਿੰਗਡਮ ਕਲਾਸੀਫਿਕੇਸ਼ਨ। ਅਤੇ ਕਾਰਲ ਵੋਸ ਨੇ ਕੀ ਦਿੱਤਾ ਸੀ, 3 ਡੋਮੇਨ ਕਲਾਸੀਫਿਕੇਸ਼ਨ। ਇਹ ਵਰਡ ਯਾਦ ਰੱਖਣਾ, ਡੋਮੇਨ ਇਹਦੇ ਲਈ, ਕਾਰਲ ਵੋਸ ਨੇ। ਠੀਕ ਹੈ। ਦੁਬਾਰਾ ਰਿਪੀਟ ਕਰ ਦਿੰਦੇ ਹਾਂ। ਕਾਰਲ ਲੀਨਿਕਸ ਨੇ ਕਿਹੜੀ ਦਿੱਤੀ ਸੀ, 2 ਕਿੰਗਡਮ ਕਲਾਸੀਫਿਕੇਸ਼ਨ। ਅਰਨੈਸਟ ਹੈਕਲ ਨੇ 3 ਕਿੰਗਡਮ ਕਲਾਸੀਫਿਕੇਸ਼ਨ। ਕਾਰਲ ਵੋਸ ਨੇ 3 ਡੋਮੇਨ ਕਲਾਸੀਫਿਕੇਸ਼ਨ। ਅਤੇ RH ਵਿਟੇਕਰ ਨੇ ਕਿਹੜੀ ਦਿੱਤੀ ਹੈ, 5 ਕਿੰਗਡਮ ਕਲਾਸੀਫਿਕੇਸ਼ਨ। ਕਿਹੜੀ ਦਿੱਤੀ ਹੈ, 5 ਕਿੰਗਡਮ ਕਲਾਸੀਫਿਕੇਸ਼ਨ। ਠੀਕ ਹੈ। 5 ਕਿੰਗਡਮ ਕਲਾਸੀਫਿਕੇਸ਼ਨ ਦਿੱਤੀ ਸੀ।
याद रहूगा क्वेश्चन सारिਆਂ ਨੂੰ ਹੁਣ ਇਹ ਪੇਪਰ 'ਚ ਆਇਆ ਹੋਇਆ प्रीवियस ईयर ਦੇ ਵਿੱਚ। ਨੈਕਸਟ ਕੁਐਸਚਨ, ਅਗਰ ਅਗਰ ਇਜ਼ obtained from, ਅਗਰ ਅਗਰ ਆਪਾਂ ਕਿਹਦੇ ਤੋਂ obtain ਕਰਦੇ ਹਾਂ, ਅਗਰ ਅਗਰ ਇਜ਼ obtained from algae, ਅਗਰ ਅਗਰ ਇਜ਼ obtained from algae। ਨੈਕਸਟ ਕੁਐਸਚਨ, फाइबर ऑफ कॉटन इज obtained from, हाँ जी पता है किसी ने फाइबर ऑफ कॉटन इज obtained from, फाइबर ऑफ कॉटन इज obtained from fruit, फाइबर ऑफ कॉटन इज obtained from fruit, कित्थों लिता है फाइबर ऑफ कॉटन, फ्रूट तो, फाइबर ऑफ कॉटन इज obtained from fruit। जिंजर, जिंजर की होंदी है अपनी, जिंजर इज अ मॉडिफाइड स्टैंप, जिंजर नूं आपां की कहंदे आ मॉडिफाइड स्टैंप, जिंजर इज अ मॉडिफाइड स्टैंप। अगर अगर इज प्रिपेयर्ड फ्रॉम एल्गी, रिपीटेड क्वेश्चन है क्योंकि एक ये प्रीवियस ईयर चाहे हुआ है, पहले लिखता obtained फ्रॉम फिर लिखता प्रिपेयर्ड फ्रॉम, क्वेश्चन थोड़ा जिहा चेंज हुंदा वा ते आपां कन्फ्यूज हो जांदे आ, ठीक है। वाटर इन प्लांट्स इज ट्रांसपोर्टेड बाय जाइलम, वाटर इन प्लांट्स इज ट्रांसपोर्टेड बाय जाइलम, वाटर कौन करता है प्लांट्स विच ट्रांसपोर्ट, जाइलम करता है, तो फूड कौन करता है, फोलम, फोलम की है फूड। ए क्वेश्चन आते हैं, पेपर च आया होया प्रीवियस ईयर, वाटर कौन करता है, जाइलम, ठीक है, तो फूड फोलम, ठीक है। हुण एक विच दो क्वेश्चनस कवर हो गए, क्वेश्चनस घट हुंदे ने पर मैं तुहानूं ऑप्शनस विचों बहुत सारे क्वेश्चन बना के दस दिंदी हां, ऐ नहीं कहना कि सिर्फ 20 क्वेश्चनस करवाए ने, तुहानूं बहुत सारे क्वेश्चनस कराए जांदे ने, ठीक है। हाउ प्लांट सैल्स आर डिस्टिंग्विश फ्रॉम एनीमल सैल, हुण प्लांट सैल नूं एनीमल सैल नाल किवें डिस्टिंग्विश किया जाता है, दो चीज़ां होंदियां ने सैल वॉल ते क्लोरोप्लास्ट, हुण सैल वॉल ते क्लोरोप्लास्ट की है प्लांट्स विच हुंदी है, एनीमल सैल विच की है नहीं हुंदी, एनीमल सैल विच नहीं हुंदी। अगर आपां किसी चीज़ दा टेस्ट कर रहे अगर सैल वॉल ते क्लोरोप्लास्ट उहदे विच होई मतलब की होएगा, वो किसी सैल वो की होएगा प्लांट सैल होएगा, अगर सैल वॉल ते क्लोरोप्लास्ट उहदे विच नहीं हुई तो उन्होंने आपां की क्लासीफाई करांगे एनीमल सैल के अकॉर्डिंग, ठीक है। दोबारा सुनो, इंपॉर्टेंट क्वेश्चन है, प्लांट सैल ते एनीमल सैल विच आपां किवें डिस्टिंग्विश करते हैं सैल वॉल ते क्लोरोप्लास्ट के अकॉर्डिंग, ठीक है। ਇਹ ਕਿਹਦੇ ਵਿੱਚ ਹੁੰਦੇ ਨੇ, ਪਲਾਂਟ ਸੈਲ ਦੇ ਵਿੱਚ, ਐਨੀਮਲ ਸੈਲ ਦੇ ਵਿੱਚ ਕੀ ਹੈ ਇਹ ਨਹੀਂ ਹੁੰਦੇ। ਦ ਕਾਮਨਲੀ ਯੂਜ਼ ਸਪਾਈਸ ਕਲੋਵ ਇਜ਼ obtained from, ਕਲੋਵ ਨੂੰ ਆਪਾਂ ਕਿਹਦੇ ਤੋਂ obtain ਕਰਦੇ ਹਾਂ, ਕਾਮਨਲੀ ਯੂਜ਼ ਸਪਾਈਸ ਕਲੋਵ ਇਜ਼ obtained from ਫਲਾਰ ਬਰਡ, ਕਿਹਦੇ ਤੋਂ ਕਰਦੇ ਹਾਂ, ਫਲਾਰ ਬਰਡ ਤੋਂ। द कंपोनेंट क्लोरोफिल्स आर, जिहड़े कंपोनेंट हुंदा अपना क्लोरोफिल वो किहदे किहदे तो बनिया हुंदा है, इहदा आंसर की है ऑल ऑफ द अबव, द कंपोनेंट क्लोरोफिल किहदे किहदे तो बनिया होया है, ऑल ऑफ द अबव, दैट इज कार्बन मैग्नीशियम हाइड्रोजन, ठीक है। मैं उम्मीद कर रही तुहानूं सारिਆਂ ਨੂੰ समझ आ रही होएगी। न्यूक्लियस वॉज डिस्कवर्ड बाय, न्यूक्लियस किन्ने डिस्कवर्ड किया सी, रॉबर्ट ब्राउन ने, न्यूक्लियस वॉज डिस्कवर्ड बाय रॉबर्ट ब्राउन, ते रॉबर्ट हुक ने की किया सी, सैल नूं डिस्कवर किया सी फर्स्ट टाइम की है सैल नूं डिस्कवर किया सी, किहड़े सैल नूं डिस्कवर किया सी, डैड सैल नूं, ठीक है। रॉबर्ट ब्राउन ने की है न्यूक्लियस डिस्कवर किया सी, रॉबर्ट हुक ने की किया सी, सैल नूं डिस्कवर किया सी फर्स्ट टाइम, किहड़े सैल नूं, डैड सैल नूं, याद रखने, कन्फ्यूज करने लिए आ जाता कई बार सैल वॉज डिस्कवर्ड बाय, दोनों ऑप्शन पाएंगे सानू कन्फ्यूजन रहिंदी है किहड़ा होएगा, दैट इज रॉबर्ट ब्राउन न्यूक्लियस, ते सैल किन्ने किया है, रॉबर्ट हुक ने, ठीक है। Cell was nucleus was discovered by Robert Brown and cell was discovered by Robert Hooke. Dye is prepared from, dye ਨੂੰ ਆਪਾਂ ਕਿਹ ਤੋਂ prepare ਕਰਦੇ ਹਾਂ, इंडिकोफेरा तो, डाई ਨੂੰ इंडिकोफेरा तो, डाई तो कुछ हिस्टरी ਦਾ याद आ रहा है, हिस्टरी ਦਾ कोई पाठ याद आ रहा है किसी ਨੂੰ डाई तो, चंपारण सत्याग्रह, गांधी जी, इंडिको प्लांटेशन,
ਚਲੋ ਜਦੋਂ ਆਪਾਂ ਹਿਸਟਰੀ ਦੀ ਸੀਰੀਜ਼ ਨੂੰ ਸ਼ੁਰੂ ਕਰਾਂਗੇ ਉਦੋਂ ਤੁਹਾਨੂੰ ਇਹ ਵਾਲੀ ਚੀਜ਼ ਯਾਦ ਆ ਜਾਏਗੀ, ਜਿਹਨੂੰ ਨਹੀਂ ਯਾਦ ਆ ਰਿਹਾ। ਠੀਕ ਹੈ, ਲਿੰਕ ਕਰਿਆ ਕਰੋ ਜਦੋਂ ਆਪਾਂ ਜਰਨਲ ਸਟੱਡੀਜ਼ ਜੀਕੇ ਨੂੰ ਪੜ੍ਹਦੇ ਹਾਂ। ਵਿਚ ਡਿਜ਼ੀਜ਼ ਇਜ਼ ਕੋਜ਼ਡ ਬਾय ਫੰਜਾਈ, ਕਿਹੜੀ ਡਿਜ਼ੀਜ਼ ਮਿਲਦੀ ਹੈ ਫੰਜਾਈ ਨਾਲ? ਡਰਮੈਟਾਈਸਿਸ। ਕਿਹੜੀ ਹੁੰਦੀ ਹੈ? ਵਿਚ ਡਿਜ਼ੀਜ਼ ਇਜ਼ ਕੋਜ਼ਡ ਬਾय ਫੰਜਾਈ? ਡਰਮੈਟਾਈਸਿਸ। ਓਕੇ। ਫੂਡ ਪੋਇਜ਼ਨਿੰਗ ਇਜ਼ ਕੋਜ਼ਡ ਬਾय, ਫੂਡ ਪੋਇਜ਼ਨਿੰਗ ਕਿਹਦੇ ਨਾਲ ਕੋਜ਼ ਹੁੰਦੀ ਹੈ? ਕਲੋਸਟ੍ਰੋਡੇਮੀਆ ਬੋਟੁਲਿਨਮ। ਕਿਹਦੇ ਨਾਲ? ਕਲੋਸਟ੍ਰੋਡਰਮੀਆ ਬੋਟੁਲਿਨ। ਪ੍ਰੋਨਾਂਸੀਏਸ਼ਨ ਅਲੱਗ ਹੋ ਸਕਦੀ ਹੈ, ਆਂਸਰ ਇਹੀ ਰਹੇਗਾ, ਆਂਸਰ ਨਹੀਂ ਬਦਲਦੇ ਪ੍ਰੋਨਾਂਸੀਏਸ਼ਨ ਬਦਲਣ ਨਾਲ। ਠੀਕ ਹੈ ਨਾ। ਫੂਡ ਪੋਇਜ਼ਨਿੰਗ ਇਜ਼ ਜਨਰਲੀ ਕੋਜ਼ਡ ਬਾय, ਬੀ ਆਪਸ਼ਨ ਆਪਣਾ ਕਰੈਕਟ ਹੈ ਇਹਦੇ ਵਿੱਚ। ਵਿਚ ਆਫ ਦ ਫੋਲੋਇੰਗ ਇਜ਼ ਅ ਨੋਨ ਮੈਟਲ। ਹੁਣ ਆਪਣੇ ਅੱਜ ਦੇ ਬਾਇਓ ਦੇ ਕੁਐਸਚਨਸ ਹੋ ਗਏ। ਇੱਦਾਂ ਹੀ ਡੇਲੀ ਤੁਹਾਨੂੰ ਕੁਝ ਬਾਇਓ ਦੇ ਕੁਐਸਚਨ, ਡੇਲੀ ਨਹੀਂ ਸੌਰੀ ਵੀਕ ਦੇ ਟੂ ਡੇਜ਼ ਕੁਝ ਬਾਇਓ ਦੇ ਅਤੇ ਕੁਝ ਕੈਮਿਸਟਰੀ ਦੇ ਕੁਐਸਚਨਸ ਕਰਵਾਏ ਜਾਣਗੇ। ਠੀਕ ਹੈ। ਸਾਇੰਸ ਵੀ ਅੱਜ ਕੱਲ੍ਹ ਬਹੁਤ ਇੰਪੋਰਟੈਂਟ ਹੈ, ਬਹੁਤ ਯੂਜ਼ਫੁਲ ਹੋਣ ਲੱਗ ਗਈ ਹੈ, ਬਹੁਤ ਜ਼ਿਆਦਾ ਪੇਪਰਾਂ ਵਿੱਚ ਆਉਣ ਲੱਗ ਗਈ ਹੈ। ਜਿੱਦਾਂ ਤੁਹਾਨੂੰ ਪਤਾ ਹੀ RRB JEE ਦਾ ਪੇਪਰ ਆ ਰਿਹਾ, ਉਹਦੇ ਸਿੱਧੇ 30 ਮਾਰਕਸ ਦੀ ਆਪਣੀ ਕੀ ਹੈ ਸਾਇੰਸ ਹੈਗੀ ਹੈ। ਉੱਦਾਂ ਹੀ RRB NTPC ਦਾ ਅਗਲੇ ਪੇਪਰ ਆ ਜਾਣਾ ਤੁਹਾਡਾ ਜੂਨ ਜੁਲਾਈ ਸਪਤੰਬਰ, ਕਿਸੇ ਵੀ ਕਦੀ ਵੀ ਆ ਸਕਦਾ, ਉਹਦੇ ਵਿੱਚ ਵੀ ਸਾਇੰਸ ਬਹੁਤ ਯੂਜ਼ਫੁਲ ਰਹੇਗੀ। ਮਾਰਕਫੈਟ ਦੇ ਪੇਪਰ 3 ਤੋਂ 4 ਕੁਐਸਚਨ ਸਾਇੰਸ ਦੇ ਆਉਣ ਹੀ ਲੱਗ ਗਏ ਨੇ ਅੱਜ ਕੱਲ੍ਹ ਹਰ ਪੇਪਰ ਦੇ ਵਿੱਚ, ਅਤੇ ਬਹੁਤ ਇੰਪੋਰਟੈਂਟ ਹੁੰਦੇ। 3 ਤੋਂ 4 ਕੁਐਸਚਨ ਤੁਹਾਡਾ ਰੈਂਕ ਬਹੁਤ ਚੇਂਜ ਹੋ ਜਾਂਦਾ ਵਾ। ਅੱਜ ਕੱਲ੍ਹ ਤਾਂ ਇੱਕ ਨਾਲ ਤੁਹਾਡੇ ਰੈਂਕ ਨਾਲ ਇੰਨਾ ਫਰਕ ਪੈ ਜਾਂਦਾ ਵਾ। ਠੀਕ ਹੈ। PPSC ਦਾ ਰਿਜ਼ਲਟ ਦੇਖਿਆ ਹੀ ਹੋਏਗਾ, 0.5 ਮਾਰਕਸ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦੇ ਹੈ। ਠੀਕ ਹੈ। ਸੋ ਇਹ ਸਾਰੀ ਸੀਰੀਜ਼ ਨੂੰ ਜਿੰਨਾ ਤੋਂ ਜ਼ਿਆਦਾ ਹੋ ਸਕੇ 2 ਤੋਂ 3 ਵਾਰੀ ਦੇਖੋ, ਤੁਹਾਡੇ ਲਈ ਬਹੁਤ ਯੂਜ਼ਫੁਲ ਰਹਿਣਗੀਆਂ। ਸ਼ੁਰੂ ਕਰਦੇ ਹਾਂ ਕੈਮਿਸਟਰੀ ਦੇ ਕੁਐਸਚਨਸ ਨੂੰ। ਵਿਚ ਆਫ ਦ ਫੋਲੋਇੰਗ ਇਜ਼ ਅ ਨੋਨ ਮੈਟਲ ਡੈਟ ਰਿਮੇਨਸ ਲਿਕੁਇਡ ਐਟ ਰੂਮ ਟੈਂਪਰੇਚਰ? ਦੈਟ ਇਜ਼ ਬ੍ਰੋਮੀਨ। ਕਿਹੜਾ? ਇਹ ਯਾਦ ਰੱਖਣਾ, ਨੋਨ ਮੈਟਲ ਪੁੱਛਿਆ ਕਿ ਮੈਟਲ ਪੁੱਛਿਆ? ਨੋਨ ਮੈਟਲ ਕਿਹੜਾ ਵਾ? ਬ੍ਰੋਮੀਨ। ਕੁਐਸਚਨ ਧਿਆਨ ਨਾਲ ਪੜ੍ਹਨਾ, ਨੋਨ ਮੈਟਲ। ਠੀਕ ਹੈ। ਕੀ ਪੁੱਛਿਆ? ਨੋਨ ਮੈਟਲ ਕੀ ਹੈ? ਬ੍ਰੋਮੀਨ। ਬ੍ਰੋਮਾਈਨ ਕਹਿੰਦੇ ਆ ਕਈ, ਕੋਈ ਬ੍ਰੋਮੀਨ ਕਹਿੰਦੇ। ਠੀਕ ਹੈ। ਕਿਹੜਾ ਵਾ? ਬ੍ਰੋਮੀਨ। ਬ੍ਰਾਸ ਗੈਟ ਡਿਸਕਲਰਡ ਇਨ ਏਅਰ ਬਿਕੋਜ਼ ਆਫ ਪ੍ਰੈਜ਼ੈਂਸ ਆਫ ਵਿਚ ਆਫ ਦ ਫੋਲੋਇੰਗ? ਬਹੁਤ ਵਾਰੀ ਕੁਐਸਚਨ ਆਇਆ ਪੇਪਰਾਂ ਦੇ ਵਿੱਚ, ਬਹੁਤ ਜ਼ਿਆਦਾ ਵਾਰੀ ਆਇਆ ਕਿ ਬ੍ਰਾਸ ਡਿਸਕਲਰ ਕਿਉਂ ਹੋ ਜਾਂਦਾ ਵਾ? ਬਿਕੋਜ਼ ਆਫ ਪ੍ਰੈਜ਼ੈਂਸ ਆਫ ਕਿਹੜੀ ਗੈਸ ਕਰਕੇ? ਹਾਈਡਰੋਜਨ ਸਲਫਾਈਡ। ਕਿਹੜੀ ਗੈਸ ਕਰਕੇ? ਹਾਈਡਰੋਜਨ ਸਲਫਾਈਡ। ਬ੍ਰਾਸ ਗੈਟ ਡਿਸਕਲਰਡ ਇਨ ਏਅਰ ਬਿਕੋਜ਼ ਆਫ ਦ ਪ੍ਰੈਜ਼ੈਂਸ ਆਫ ਵਿਚ ਆਫ ਦ ਫੋਲੋਇੰਗ ਗੈਸਿਜ਼ ਇਨ ਏਅਰ? ਆਕਸੀਜਨ, ਕਾਰਬਨ ਡਾਈਆਕਸਾਈਡ, ਹਾਈਡਰੋਜਨ ਸਲਫਾਈਡ, ਨਾਈਟ੍ਰੋਜਨ। This is because of hydrogen sulfide, brass get discolored in air. This is very important question. It has came in many exams in past. Okay, and there is a possibility that it will be there in further coming government exams. So remember it. Note ਕਰ ਲਓ ਇਹ questions ਨੂੰ ਆਪਣੇ phone ਦੇ ਵਿੱਚ ਹੀ। Next question. Which of the following metal forms an amalgam with other metals? ਕਿਹੜੇ metals ਕੀ ਹੈ amalgam ਬਣਾਉਂਦੇ ਆ ਦੂਸਰੇ metals ਦੇ ਨਾਲ? Which of the following metals form an amalgam with other metals? Mercury, lead, tin, zinc. ਕੌਣ ਬਣਾਉਂਦਾ? Hg ਕਿਹਦੇ ਲਈ ਸਟੈਂਡ ਕਰਦਾ? ਮਰਕਰੀ ਲਈ। ਮਰਕਰੀ ਦਾ ਸਿੰਬਲ ਹੈ। Pb ਕਿਹਦਾ ਸਿੰਬਲ ਹੈ? ਲੈਡ ਦਾ। ਟਿਨ Zn ਕਿਹਦਾ ਸਿੰਬਲ ਹੈ? ਜ਼ਿੰਕ ਦਾ। ਠੀਕ ਹੈ। ਕਿਹੜਾ ਹੁਣ ਕਿਹੜਾ ਮੈਟਲ ਬਣਾਉਂਦਾ ਵਾ ਐਮਲਗਮ ਵਿਦ ਅਦਰ ਮੈਟਲਸ? ਮਰਕਰੀ। ਠੀਕ ਹੈ। ਕਿਹੜਾ ਬਣਾਉਂਦਾ ਵਾ? ਇਹਦਾ ਕੀ ਕਰੈਕਟ ਆਂਸਰ ਹੋਏਗਾ? ਮਰਕਰੀ। ਵਿਚ ਆਫ ਦ ਫੋਲੋਇੰਗ ਮੈਟਲਸ ਫੋਰਮ ਐਨ ਐਮਲਗਮ ਵਿਦ ਅਦਰ ਮੈਟਲਸ? ਦੈਟ ਇਜ਼ ਮਰਕਰੀ। ਮਰਕਰੀ ਦਾ ਸਿੰਬਲ ਕੀ ਹੈ? Hg। ਠੀਕ ਹੈ। ਕੀ ਹੈ? ਮਰਕਰੀ। ਇੱਕ ਕੁਐਸਚਨ ਹੋਰ ਇਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪੁੱਛਦੀ ਹਾਂ, ਦੇਖਦੀ ਹਾਂ ਆਉਂਦਾ ਕਿ ਨਹੀਂ ਆਉਂਦਾ। ਵਿਚ ਮੈਟਲ ਰਿਮੇਨਸ ਲਿਕੁਇਡ ਐਟ ਦ ਰੂਮ ਟੈਂਪਰੇਚਰ? ਨੋਨ ਮੈਟਲ ਤਾਂ ਦੱਸਦਾ ਮੈਂ, ਬ੍ਰੋਮੀਨ ਹੈ। ਮੈਟਲ ਕਿਹੜਾ ਵੇ ਉਹ ਤੁਸੀਂ ਸਾਰਿਆਂ ਨੂੰ ਦੱਸਦਾ। ਨੈਕਸਟ ਕੁਐਸਚਨ, ਦ ਗੈਸ ਫਿਲਡ ਇਨ ਇਲੈਕਟ੍ਰਿਕ ਬਲਬ ਇਜ਼? ਕਿਹੜੀ ਗੈਸ ਫਿਲ ਹੁੰਦੀ ਹੈ ਇਲੈਕਟ੍ਰਿਕ ਬਲਬ ਦੇ ਵਿੱਚ? ਨਾਈਟ੍ਰੋਜਨ। ਕਿਹੜੀ ਹੁੰਦੀ ਹੈ? ਨਾਈਟ੍ਰੋਜਨ।
ਵਿਚ ਆਫ ਦ ਗੈਸ ਇਜ਼ ਨॉट ਅ ਗ੍ਰੀਨ ਹਾਊਸ ਗੈਸ। ਕਿਹੜੀ ਗੈਸ ਗ੍ਰੀਨ ਹਾਊਸ ਗੈਸ ਨਹੀਂ ਹੈ? ਹਾਈਡਰੋਜਨ। ਕਿਹੜੀ ਗੈਸ ਨਹੀਂ ਹੈ? ਹਾਈਡਰੋਜਨ। ਵਿਚ ਆਫ ਦ ਗੈਸ ਇਜ਼ ਨॉट ਅ ਗ੍ਰੀਨ ਹਾਊਸ ਗੈਸ? ਦੈਟ ਇਜ਼ ਹਾਈਡਰੋਜਨ। ਮੋਸਟ ਅਬੰਡੈਂਟ ਗ੍ਰੀਨ ਹਾਊਸ ਗੈਸ ਕਿਹੜੀ ਹੈ? ਹਾਂਜੀ ਪਤਾ ਹੈ ਕਿਸੇ ਨੂੰ? ਦੱਸੋ ਮੋਸਟ ਅਬੰਡੈਂਟ ਗ੍ਰੀਨ ਹਾਊਸ ਗੈਸ। ਦੈਟ ਇਜ਼ ਵਾਟਰ वेपर। सब तो एबंडेंट ग्रीन हाउस गैस केड़ी है? वाटर वेपर है। याद रखना मोस्ट एबंडेंट ग्रीन हाउस गैस। सारे लगता है कि कार्बन डाइऑक्साइड क्लोरोफ्लोरोकार्बन से, नहीं, वाटर वेपर सब तो एबंडेंट ग्रीन हाउस गैस है। ठीक है। द इनर्ट गैस विच इज अ सब्सटीट्यूट फॉर नाइट्रोजन इन द एयर यूज्ड बाय डीप सी ड्राइवर्स फॉर ब्रीदिंग इज आर्गन, जिनोन, हीलियम, क्रिप्टन। द इनर्ट गैस विच इज सबसीट्यूटिड मतलब जी इनर्ट कि इनर्ट गैस है जी आप नाइट्रोजन की जगह यूज़ करते हैं। कौन यूज़ करते हैं? डीप सी ड्राइवर्स का मतलब समझ रहे हो ना? डीप सी ड्राइवर्स का कि गैस है वो? हीलियम। द इनर्ट गैस विच इज सबसीट्यूटिड फॉर नाइट्रोजन इन द एयर यूज्ड बाय डीप सी ड्राइवर्स। कि गैस करते हैं ब्रीदिंग लिए? हीलियम। हीलियम का यूज़ करते हैं। नैक्सट क्वेश्चन, पोटैशियम नाइट्रेट किहदे लई यूज़ हुंदा है? पोटैशियम नाइट्रेट इज़ यूज इन फर्टिलाइजर्स। फर्टिलाइजर्स का याद है? PNK पोटैशियम, फॉस्फोरस, नाइट्रोजन। फर्टिलाइजर्स उत्ते लिखा होंदा है KNP करके लिखा होंदा मैनूं लगदा है। ठीक है। पोटैशियम नाइट्रेट किहदे लई यूज़ हुंदा है? फर्टिलाइजर्स लई। ठीक है। होप तुहानूं अज दी ये सीरीज़ पसंद आई होएगी साइंस दी। If you want any improvement or you can give any suggestions regarding that you wanted to start this series of GK, we will be starting that also। ठीक है। ਹੁਣ ਤੁਸੀਂ याद रखना है 2 दिन पॉलिटी का सैशन होएगा, 2 दिन साइंस का ते 2 दिन हिस्टरी का। ठीक है। अज साइंस का पहला लैक्चर से साडे पॉलिटी के 6 लैक्चर हो चुके हैं। ठीक है। मंडे ट्यूसडे पॉलिटी, वैनसडे थर्सडे साइंस एंड फ्राइडे एंड सैटरडे हिस्टरी का सैशन होएगा। ठीक है। इस सैशनस नूं वध तो वध लाइक करो, शेयर करो तो चैनल नूं सबसक्राइब करो ताकि तुहानूं हर सैशन के आने की नोटिफिकेशन मिलती रहे। ठीक है। तो जिन्ना ज़्यादा हो सकता है सीरीज़ नूं देखो ताकि तुहाडे डाउट्स भी क्लीयर होण डेली। ठीक है। अज साडा साइंस का पहला सीगा, होप तुहानूं पसंद आई होवे। जे तुसीं चाहते हो कि इहदे विच कुछ चेंजिज आन समझाउण दे विच ਜਾਂ कुछ होर तुहानूं कोई पर्टिकुलर टॉपिक के उत्ते कुछ चाहिए तुसीं कमेंट बॉक्स में तुहानूं सजैशन भी दे सकते हो तो टॉपिक भी अपना कन्फ्यूजन जिहदे विच तुहानूं कन्फ्यूजन रहिंदी है तुसीं ओह दस सकते हो, तुहाडे ओह डाउट्स नूं क्लीयर किया जाएगा। ठीक है। वध तो वध चैनल नूं सबसक्राइब करो ताकि तुहानूं हर नोटिफिकेशन टाइम टू टाइम मिलती रहे तो शेयर करो जिन्ना ज़्यादा हो सकता है। थैंक यू। अज लई इन्ना ही, आपां कल नूं मिलदे हां फिर।